Students, our today's topic is conformations of cyclohexane. Cyclohexane बेटा एक cyclic compound है having formula C6H12. All the carbons form they are joined in the form of a ring and each carbon has two hydrogens. As a result of this, because all the bonds are single bonds, all the carbons are sp3 hybridized and the structure is multiplanar or puckered ring. ਮਲਟੀਪਲੇਨ ਦਾ ਮਤਲਬ ਸਾਰੀਆਂ ਕਾਰਬਨਸ ਇੱਕੋ ਪਲੇਨ ਦੇ ਵਿੱਚ ਨਹੀਂ ਹੈਗੀਆਂ। ਜਿਹੜੇ ਪਕੜ ਰਿੰਗ ਸਟਰਕਚਰ ਹੈ ਇਹਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਚੀਜ਼ ਦੇ ਕਿਨਾਰੇ ਥੋੜ੍ਹੇ ਜਿਹੇ ਉੱਪਰ ਨੂੰ ਉੱਠੇ ਹੋਣ, ਬੇਸ ਉਹਦਾ ਸੈਂਟਰ 'ਚੋਂ ਕੁਛ ਥੱਲੇ ਨੂੰ ਆ, ਕੁਛ ਕੁ ਕਿਨਾਰੇ ਉੱਪਰ ਨੂੰ ਉੱਠੇ ਹੋਏ ਹੋਣ। ਇਟ ਹੈਜ਼ ਟੂ ਟਾਈਪਸ ਆਫ ਕਨਫਰਮੇਸ਼ਨਸ। ਮੇਜਰ ਜਿਹੜੀ ਕਹਾਂਗੇ ਅਸੀਂ ਦੋ ਕੈਟੇਗਰੀਜ਼ ਨੇ। ਫਸਟ ਇਜ਼ ਚੇਅਰ ਕਨਫਰਮੇਸ਼ਨ, ਸੈਕੰਡ ਇਜ਼ ਬੋਟ ਕਨਫਰਮੇਸ਼ਨ। ਚੇਅਰ ਕਨਫਰਮੇਸ਼ਨ ਦੇ ਵਿੱਚ ਬੇਟਾ ਚਾਰ ਕਾਰਬਨਸ ਹੈ ਜਿਹੜੀਆਂ ਦੇ ਲਾਈ ਇਨ ਦਾ ਸੇਮ ਪਲੇਨ, ਜਿਹੜੀ ਇਸ ਤਰ੍ਹਾਂ ਦਿਖਾਇਆ ਹੋਇਆ ਨਾ, ਦੀਜ਼ 4 ਕਾਰਬਨਸ ਜਿਹੜੀਆਂ ਇਹਦੇ ਸਿਰੇ 'ਤੇ ਹੈ, ਦਿਸ ਕਾਰਬਨ ਨੰਬਰ 5 6 2 3 ਜਿਹਨੂੰ ਇਹ ਮਾਰਕ ਕੀਤਾ ਹੋਇਆ, ਦੇ ਲਾਈ ਇਨ ਦਾ ਸੇਮ ਪਲੇਨ। ਇੱਕ ਕਾਰਬਨ ਥੋੜ੍ਹੀ ਜਿਹੀ ਇਸ ਪਲੇਨ ਤੋਂ ਥੱਲੇ ਹੈ, ਜਿਹੜੀ ਕਾਰਬਨ ਨੰਬਰ 4 ਹੈ, ਤਾਂ ਇਹ ਇਸ ਤਰ੍ਹਾਂ ਫੁੱਟ ਬਣਾਉਂਦੀ ਹੈ। ਆਹ ਇਹਦੀ ਚੇਅਰ ਦੀ ਸੀਟ ਬਣਾਉਂਦੀ ਹੈ, ਆਹ ਫੁੱਟ ਬਣਾਉਂਦੀ ਹੈ। ਇੱਕ ਕਾਰਬਨ ਤੋਂ ਉੱਪਰ ਹੈ ਜਿਹਨੂੰ ਅਸੀਂ ਕਹੀਏ ਬੈਕ ਬਣਾਉਂਦੀ ਹੈ। ਸੋ ਇਸ ਤਰ੍ਹਾਂ ਦੀ ਸਟਰਕਚਰ ਬਣਦੀ ਹੈ ਅਤੇ ਇਹਨੂੰ ਚੇਅਰ ਫਾਰਮ ਕਹਿੰਦੇ ਹੈ। ਇਸ ਕਾਰਬਨ ਦੇ ਵਿੱਚ ਬੇਟਾ ਕਿਸੇ ਕਿਸਮ ਦਾ ਸਟ੍ਰੇਨ ਨਹੀਂ ਹੈ ਬਿਕੋਜ਼ ਆਲ ਦਾ ਕਾਰਬਨਸ, ਹੁਣ ਆਹ ਰਿੰਗ ਨੂੰ ਜੇ ਅਸੀਂ ਕਾਰਬਨ ਨੰਬਰ 5 ਅਤੇ 4 ਆਹ ਵਾਲੀਆਂ ਅਤੇ ਆਹ ਦੋ ਕਾਰਬਨਸ ਇਹਨਾਂ ਨੂੰ ਇਸ ਫਾਰਮ ਦੇ ਵਿੱਚ ਦਿਖਾਈਏ, ਨਿਊਮੈਨ ਪ੍ਰੋਜੈਕਸ਼ਨ ਫਾਰਮੂਲੇ ਦੇ ਵਿੱਚ, ਇਸ ਨੂੰ ਅਸੀਂ ਇਸ ਤਰ੍ਹਾਂ ਦਿਖਾ ਸਕਦੇ ਹਾਂ, ਇੱਕ ਡਾਟ ਦੀ ਫਾਰਮ ਦੇ ਵਿੱਚ ਕਾਰਬਨ ਅਤੇ ਇੱਕ ਉਹਦਾ ਸਰਕਲ ਉਹਦੇ ਪਿੱਛੇ। ਅਤੇ ਇਸੇ ਤਰ੍ਹਾਂ ਹੀ ਜਿਹੜੀਆਂ ਰਾਈਟ ਹੈਂਡ ਸਾਈਡ 'ਤੇ ਹੈ ਇਹਨੂੰ ਅਸੀਂ ਇਸ ਫਾਰਮ 'ਚ ਦਿਖਾ ਸਕਦੇ ਹਾਂ ਜਿਹੜਾ ਰਾਈਟ ਹੈਂਡ ਸਾਈਡ 'ਤੇ ਲਿਖਿਆ ਹੋਇਆ। ਸੋ ਵੈਨ ਵੀ ਲੁੱਕ ਐਟ ਦਿਸ ਸਟਰਕਚਰ ਤਾਂ ਸਾਰੇ ਦੇ ਸਾਰੇ ਬੌਂਡਸ ਇਹਨਾਂ ਦੇ ਸਟੈਗਰਡ ਨੇ। ਆਹ ਦੋ ਕਾਰਬਨਸ ਅੱਗੇ ਪਿੱਛੇ ਜਿਹੜੀਆਂ ਆਉਂਦੀਆਂ ਅਤੇ ਆਹ ਦੋ ਕਾਰਬਨਸ ਆਉਂਦੀਆਂ ਅੱਗੇ ਪਿੱਛੇ, ਇਹਨਾਂ ਦੇ ਸਾਰੇ ਬੌਂਡਸ ਦੇ ਆਰ ਸਟੈਗਰਡ, ਮੈਕਸੀਮਮ ਡਿਸਟੈਂਸ ਅਪਾਰਟ ਨੇ। ਇਸ ਕਰਕੇ ਮਿਨੀਮਮ ਰਿਪਲਸ਼ਨਸ ਨੇ ਸਟੈਗਰਡ ਹੋਣ ਕਰਕੇ। ਫਿਰ ਇਹਦੇ 'ਚ ਕੋਈ ਬਲਕੀ ਗਰੁੱਪ ਨਹੀਂ ਹੈ, ਕੋਈ ਇਸ ਤਰ੍ਹਾਂ ਦਾ ਸਟ੍ਰੇਨ ਨਹੀਂ ਹੈ ਜਿਹਨੂੰ ਅਸੀਂ ਵੈਨ ਡਰ ਵਾਲ ਸਟ੍ਰੇਨ ਕਹੀਏ ਜਾਂ ਬਲਕੀ ਗਰੁੱਪ ਦੀ ਪ੍ਰੈਜ਼ੈਂਸ ਕਰਕੇ ਕਹੀਏ, ਅਤੇ ਕੋਈ ਪੋਲਰ ਬੌਂਡ ਵੀ ਨਹੀਂ ਹੈ ਜਿਹਦੇ 'ਚ ਡਾਈਪੋਲ ਇੰਟਰੈਕਸ਼ਨਸ ਹੋਣ। ਸੋ ਦ ਸਟਰਕਚਰ ਆਫ ਚੇਅਰ ਕਨਫਰਮੇਸ਼ਨ ਇਜ਼ ਮਿਨੀਮਮ ਬਿਕੋਜ਼ ਇਟ ਇਜ਼ ਫਰੀ ਆਫ ਸਟ੍ਰੇਨ, ਅਤੇ ਇਸ ਲਈ ਇਹਦੀ ਸਟੇਬਿਲਿਟੀ ਸਭ ਤੋਂ ਜ਼ਿਆਦਾ ਹੈ ਚੇਅਰ ਕਨਫਰਮੇਸ਼ਨ ਦੀ। ਦੈਨ ਕਮਿੰਗ ਟੂ ਬੋਟ ਕਨਫਰਮੇਸ਼ਨ। ਬੋਟ ਕਨਫਰਮੇਸ਼ਨ ਬੇਟਾ ਉਹਨੂੰ ਹੀ ਟਰਾਂਸਫਾਰਮ ਕਰੀਏ ਜੇ ਅਸੀਂ ਆ 4th ਵਾਲੀ ਕਾਰਬਨ ਨੂੰ ਉੱਤੇ ਜੇ ਚੱਕ ਦਿੰਦੇ ਹਾਂ, ਇਸ ਤਰ੍ਹਾਂ ਦੀ ਸਟਰਕਚਰ ਬਣ ਜਾਂਦੀ ਹੈ, ਆਹ ਬੋਟ ਬਣ ਜਾਂਦੀ ਹੈ। ਹੁਣ 4 ਕਾਰਬਨਸ ਇੱਕ ਪਲੇਨ 'ਚ ਹੈ, ਦੋ ਕਾਰਬਨਸ ਉੱਪਰ ਨੇ ਜਿਹਨੂੰ ਅਸੀਂ ਇਸ ਤਰ੍ਹਾਂ ਕਰਕੇ ਉੱਪਰ ਉੱਠਿਆ ਹੋਇਆ ਦੋ ਕਿਨਾਰੇ, ਤਾਂ ਇਹ ਬੋਟ ਬਣਦੀ ਹੋਈ ਹੈ। ਨਾਓ ਵੈਨ ਵੀ ਕੰਪੇਅਰ ਆਲ ਦਾ ਕਾਰਬਨਸ, ਜਿਹੜੀਆਂ ਬੇਸ ਵਾਲੀਆਂ ਕਾਰਬਨਸ ਨੇ, ਆਹ 4 ਕਾਰਬਨਸ, ਇਹਨਾਂ ਦੀਆਂ ਜਿਹੜੀਆਂ ਹਾਈਡਰੋਜਨਸ ਹੈ, these hydrogens of these they are in eclipsed position। ਆ ਨਿਊਮੈਨ ਪ੍ਰੋਜੈਕਸ਼ਨ 'ਚ ਦੇਖੀਏ, ਦੋ ਕਾਰਬਨਸ ਆ ਰਿਪਰੈਜ਼ੈਂਟ ਕਰਤੀਆਂ ਅਤੇ ਦੋ ਕਾਰਬਨਸ ਆ ਕਰਤੀਆਂ ਅਤੇ ਦੋ ਅੱਗੇ ਪਿੱਛੇ ਆ ਹੋ ਗਈਆਂ, ਹੈ ਨਾ। ਉੱਪਰ ਵਾਲੇ 'ਚ ਤਾਂ ਅਲੱਗ ਅਲੱਗ ਆਉਂਦੀਆਂ ਸੀ ਆ ਅਤੇ ਆ ਕਾਰਬਨਸ, ਹੁਣ ਅੱਗੇ ਪਿੱਛੇ ਹੀ ਆ ਰਹੀਆਂ ਨੇ। ਸੋ ਆਲ ਦਾ ਬੌਂਡਸ ਆਰ ਇਨ eclipsed position, they oppose each other, they are at minimum distance। ਇਸ ਕਰਕੇ ਇਹਨਾਂ ਬੌਂਡਸ ਦੇ ਵਿੱਚ ਰਿਪਲਸ਼ਨ ਹੁੰਦੀ ਹੈ ਅਤੇ ਇਸ ਲਈ ਇਹਦੇ 'ਚ ਅਸੀਂ ਕਹਾਂਗੇ ਕਿ ਦੇਰ ਇਜ਼ ਟੋਰਸ਼ਨਲ ਸਟ੍ਰੇਨ। ਫਿਰ ਜਿਹੜੀਆਂ ਬੇਸ ਵਾਲੀਆਂ 5 ਕਾਰਬਨਸ ਨੇ ਇਹਦੇ ਕਰਕੇ ਹੈ ਨਾ ਟੋਰਸ਼ਨਲ ਸਟ੍ਰੇਨ, ਬਿਕੋਜ਼ ਦ ਬੌਂਡਸ ਆਰ ਇਕਲਿਪਸਡ। ਸੋ ਟੋਰਸ਼ਨਲ ਸਟ੍ਰੇਨ ਇਜ਼ ਡਿਊ ਟੂ ਦੀਜ਼ 4 ਕਾਰਬਨਸ, ਬਟ ਡਿਊ ਟੂ ਦੀਜ਼ 2 ਹਾਈਡਰੋਜਨਸ, ਜਿਹੜਾ ਕਾਰਬਨ ਨੰਬਰ 1 ਅਤੇ 4 ਨੂੰ ਅਟੈਚਡ ਨੇ, 2 ਹਾਈਡਰੋਜਨਸ, ਦੇ ਆਰ ਵੈਰੀ ਕਲੋਜ਼ ਟੂ ਈਚ ਅਦਰ, even closer than the permissible van der Waals radii। ਕਿ ਜੇ ਅਸੀਂ ਕੋਈ ਵੀ ਨੈਚੁਰਲੀ 2 ਹਾਈਡਰੋਜਨਸ ਨੂੰ ਕੋਲੇ ਕੋਲੇ ਰੱਖੀਏ ਅਤੇ ਜਿੰਨਾ ਉਹਦਾ ਡਿਸਟੈਂਸ ਹੋਣਾ ਚਾਹੀਦਾ ਹੈ ਦੈਟ ਇਜ਼ 2.5, ਇੰਨਾ ਹੋਣਾ ਚਾਹੀਦਾ ਹੈ, 2.5 ਐਂਗਸਟ੍ਰੋਮ ਵੈਨ ਡਰ ਵਾਲਸ ਰੇਡੀਅਸ ਹੈ, ਇੰਨਾ ਹੋਣਾ ਚਾਹੀਦਾ ਹੈ। ਬਟ ਇਨ ਦਿਸ ਕੇਸ ਇਟ ਇਜ਼ ਫਲੈਗਪੋਲ ਹਾਈਡਰੋਜਨ ਦੇ ਕੇਸ ਦੇ ਵਿੱਚ 1.83 ਐਂਗਸਟ੍ਰੋਮ ਆਉਂਦਾ ਹੈ। ਸੋ ਇਟ ਇਜ਼ 1.83। ਸੋ ਇਸ ਕਰਕੇ ਇਹਦੇ 'ਚ ਰਿਪਲਸ਼ਨ ਜ਼ਿਆਦਾ ਨੇ ਫਲੈਗਪੋਲ ਹਾਈਡਰੋਜਨਸ ਦੇ ਵਿੱਚ। ਸੋ ਦੋ ਕਿਸਮ ਦੀਆਂ ਰਿਪਲਸ਼ਨਸ ਹੋ ਗਈਆਂ, ਵਨ ਇਜ਼ ਡਿਊ ਟੂ eclipsed groups on these 4 carbons and
ਵੈਨ ਡਰ ਵਾਲਸ ਰਿਪਲਸ਼ਨ ਡਿਊ ਟੂ ਥੀਸ ਟੂ ਫਲੈਗਪੋਲ ਹਾਈਡਰੋਜਨਸ। ਸੋ ਇਸ ਲਈ ਜਿਹੜੀ ਸਟਰਕਚਰ ਹੈ ਦੈਟ ਇਜ਼ ਲੈਸ ਸਟੇਬਲ ਬਾਈ ਦਿਸ ਅਮਾਊਂਟ ਦੈਨ ਚੇਅਰ ਕਨਫਰਮੇਸ਼ਨ। 28.8 ਕਿਲੋ ਜੂਲ ਪਰ ਮੋਲ ਦੇ ਹਿਸਾਬ ਨਾਲ ਇਹਦੀ ਸਟੇਬਿਲਿਟੀ ਘੱਟ ਹੈ, ਐਨਰਜੀ ਜ਼ਿਆਦਾ ਹੈ, ਸਟੇਬਿਲਿਟੀ ਘੱਟ ਹੈ। ਅੱਛਾ, ਹੁਣ ਇਸ ਤੋਂ ਬਾਅਦ ਦੋ ਮੇਜਰ ਫਾਰਮਸ ਤੋਂ ਬਾਅਦ ਕੁਛ ਦੋ ਫਾਰਮਸ ਹੋਰ ਵੀ ਨੇ ਜਿਨ੍ਹਾਂ ਨੂੰ ਅਸੀਂ ਕਾਊਂਟ ਕਰ ਸਕਦੇ ਹਾਂ। ਟਵਿਸਟ ਬੋਟ ਔਰ ਸਕਿਊ ਬੋਟ ਕਨਫਰਮੇਸ਼ਨ। ਹੁਣ ਟਵਿਸਟ ਬੋਟ ਕਿਵੇਂ ਹੋਊਗੀ ਕਿ ਆਹ ਜਿਹੜੀਆਂ 4 ਬੇਸ ਵਾਲੀਆਂ ਕਾਰਬਨ ਸੀ ਵਿਚ ਵੀ ਸੇ ਆਰ ਲਾਈਂਗ ਇਨ ਦਾ ਸੇਮ ਪਲੇਨ, 5-6 ਵਾਲਾ ਬੌਂਡ ਤੇ 2-3 ਵਾਲਾ ਦੋਨੋਂ ਅਲੱਗ-ਅਲੱਗ ਹੱਥਾਂ 'ਚ ਪਕੜ ਲਈਏ। ਵੈਨ ਵੀ ਸਟਾਰਟ ਮੂਵਿੰਗ ਦਿਸ ਇਨ ਸੱਚ ਅ ਵੇ ਕਿ 3 ਤੇ 6 ਡਾਇਗਨਲੀ ਜਿਹੜੇ ਦੋ ਖੁੰਝੇ ਥੱਲੇ ਆ ਜਾਣ, ਇਹਨੂੰ ਐ ਤੋੜਨ ਦੀ ਕੋਸ਼ਿਸ਼ ਕਰੀਏ ਬੇਸ ਨੂੰ, ਤਾਂ ਆਹ ਦੋ ਥੋੜ੍ਹੇ ਉੱਪਰ ਚਲੇ ਜਾਣਗੇ। ਇਹਦੇ ਨਾਲ ਬੇਟਾ ਕੀ ਫਰਕ ਪੈਣਾ ਹੈ ਕਿ ਜਿਹੜੀਆਂ ਅਪੋਜ਼ਡ ਗਰੁੱਪ ਸੀਗੇ ਇਹਦੇ ਹਾਈਡਰੋਜਨ ਸੀਗੀਆਂ ਉਹ ਕੁਛ ਦੂਰ ਮੂਵ ਹੋ ਜਾਣਗੀਆਂ, ਹੈ ਨਾ। ਸੋ ਜਿਵੇਂ ਆਹ ਸਾਈਡ ਨੂੰ ਦੇਖਣ ਨੂੰ ਤਾਂ ਲੱਗ ਰਿਹਾ ਕਿ ਨੇੜੇ ਆ ਰਹੀਆਂ, ਪਰ ਓਵਰਆਲ ਸਾਰਿਆਂ ਨੂੰ ਕੰਪੇਅਰ ਕਰਾਂਗੇ ਤਾਂ ਇਹਨਾਂ ਦੀਆਂ ਜਿਹੜੀਆਂ ਇਹ ਡਾਇਗਨਲ ਕਾਰਬਨ ਸੀ ਗੱਲ ਹੈ, all the bonds they will now come in some more distance, they will become more distance apart than the boat conformation, skewed boat ਦੇ ਕੇਸ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਇਹ ਜਦੋਂ ਅਸੀਂ ਮੂਵਮੈਂਟ ਕਰਾਂਗੇ ਤਾਂ ਫਲੈਗਪੋਲ ਹਾਈਡਰੋਜਨਸ ਵੀ ਕੁਛ ਦੂਰ ਮੂਵ ਹੋ ਜਾਣਗੀਆਂ। ਸੋ ਇਸ ਲਈ ਇਹਦੇ ਵਿੱਚ ਜਿਹੜਾ ਸਟ੍ਰੇਨ ਉਹ ਘਟਦਾ ਹੈ, ਇੱਕ ਤਾਂ ਬੇਸ ਵਾਲੀਆਂ ਦਾ ਵੀ ਘਟ ਜਾਂਦਾ ਅਤੇ ਫਲੈਗਪੋਲ ਦਾ ਵੀ ਘਟ ਜਾਂਦਾ ਹੈ। ਤਾਂ ਐਨਰਜੀ ਇਹਦੀ ਬੋਟ ਕਨਫਰਮੇਸ਼ਨ ਨਾਲੋਂ ਇੰਨੀ ਘੱਟ ਜਾਂਦੀ ਹੈ। ਸੋ ਪਰ ਚੇਅਰ ਕਨਫਰਮੇਸ਼ਨ ਨਾਲੋਂ ਤਾਂ ਜ਼ਿਆਦਾ ਹੀ ਹੈ ਬਾਈ ਦਿਸ ਅਮਾਊਂਟ 23 ਕਿਲੋ ਜੂਲ ਪਰ ਮੋਲ, though it is stabler than boat conformation but it is less stable than chair conformation. Then the next form is half chair conformation. half chair ਹੁੰਦੀ ਹੈ ਬੇਟਾ ਜਦੋਂ 5 ਕਾਰਬਨਸ ਹੈ ਜਿਹੜੀਆਂ ਉਹ ਤਾਂ ਇੱਕੋ ਪਲੇਨ 'ਚ ਹੋਣ। So when these carbons they are in the same plane, ਆਹ ਵਾਲੀਆਂ ਦਿਖਾਉਂਦੇ ਆ 1 2 3 4 5 they make the seat of the chair. ਸੋ ਇਸ ਤਰ੍ਹਾਂ ਦੀਆਂ ਇੱਕ ਕਾਰਬਨ ਉੱਪਰ ਉੱਠੀ ਹੋਈ ਹੈ, ਉਹ ਜਿਹੜੀ ਉਹਦੀ ਬੈਕ ਬਣਾਉਂਦੀ ਹੈ, ਤੈਨੂੰ ਹਾਫ ਚੇਅਰ ਕਹਿੰਦੇ ਆ ਵਿਦਆਊਟ ਐਨੀ ਫੁੱਟ, ਹੈ ਨਾ। ਬੇਸ ਹੈ ਅਤੇ ਉਹਦੀ ਬੈਕ ਹੈ। ਸੋ ਇਸ ਕੇਸ ਦੇ ਵਿੱਚ ਜਿਹੜਾ ਥੋੜ੍ਹੀ ਬਹੁਤ ਸਟ੍ਰੇਨ ਹੁੰਦਾ, ਐਂਗਲ ਸਟ੍ਰੇਨ ਹੁੰਦਾ ਅਤੇ ਟੋਰਸ਼ਨਲ ਸਟ੍ਰੇਨ ਹੁੰਦਾ। ਦੋ ਕਿਸਮ ਦੇ ਸਟ੍ਰੇਨ ਇਹਦੇ ਵਿੱਚ। ਐਂਗਲ ਸਟ੍ਰੇਨ ਕਿਉਂਕਿ 5 ਜਦੋਂ ਕਾਰਬਨਸ ਇੱਕੋ ਪਲੇਨ 'ਚ ਆਉਣਗੀਆਂ ਤਾਂ ਐਂਗਲ ਉਹ ਪ੍ਰੋਪਰ ਮੇਨਟੇਨ ਨਹੀਂ ਹੋ ਰਿਹਾ, ਸੋ ਐਂਗਲ ਸਟ੍ਰੇਨ ਹੈ। ਅਤੇ ਇੱਕ ਹੋ ਗਿਆ ਟੋਰਸ਼ਨਲ ਸਟ੍ਰੇਨ ਕਿ ਨੇੜੇ ਆ ਗਏ ਬੌਂਡਸ। ਫਿਰ ਸਟੇਬਿਲਿਟੀ ਹੈ ਜਿਹੜੀ ਡਿਫਰੈਂਟ ਫਾਰਮਸ ਦੀ ਦੈਟ ਲਾਈਜ਼ ਇਨ ਦਾ ਆਰਡਰ। ਫਸਟ ਇਜ਼ ਚੇਅਰ ਕਨਫਰਮੇਸ਼ਨ, ਦੈਨ ਕਮਸ twist boat conformation, then comes boat conformation, then comes half chair conformation. ਤੇ ਇਹਨੂੰ ਜੇ ਪਿਕਟੋਰੀਅਲੀ ਦਿਖਾਉਣਾ ਹੋਵੇ, ਇੱਕ ਸਾਈਡ 'ਤੇ ਇੱਕ ਐਕਸਿਸ ਦੇ ਅਲੋਂਗ ਪੋਟੈਂਸ਼ੀਅਲ ਐਨਰਜੀ ਡਰੋ ਕੀਤੀ ਹੋਈ ਹੈ, ਇੱਕ ਐਕਸਿਸ ਦੇ ਅਲੋਂਗ ਅਸੀਂ ਉਹਦੀ ਐਨਰਜੀ ਉਹਦਾ ਜਿਹੜੀ ਰੋਟੇਸ਼ਨ ਕਰਕੇ ਕਿਹੜੀ ਪੋਜੀਸ਼ਨ ਆ ਉਹ ਦੇਖਦੇ ਹਾਂ। ਸੋ ਪਹਿਲਾਂ ਆ ਗਈ ਚੇਅਰ ਕਨਫਰਮੇਸ਼ਨ ਦੀ ਐਨਰਜੀ ਇੰਨੀ ਹੈ, ਫਿਰ ਹਾਫ ਚੇਅਰ ਦੀ ਐਨਰਜੀ ਇੰਨੀ ਹੈ, ਹਾਫ ਚੇਅਰ ਦੀ ਇੰਨੀ ਜ਼ਿਆਦਾ ਹੈ। ਦੈਨ ਟਵਿਸਟ ਬੋਟ ਦੀ ਐਨਰਜੀ ਹੈ ਜਿਹੜੀ ਉਹ ਇਸ ਸਟੇਜ 'ਤੇ ਆ ਜਾਂਦੀ ਹੈ, ਫਿਰ ਬੋਟ ਦੀ ਇੰਨੀ ਆ ਜਾਂਦੀ ਹੈ ਨਾ। ਜਦੋਂ ਅਸੀਂ ਇਹਨਾਂ ਨੂੰ ਪੀਕਸ ਡਰੋ ਕਰਦੇ ਹਾਂ ਇੱਥੋਂ, ਦੈਨ ਵੀ ਫੋਲੋ ਦਿਸ 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 ਦਿਸ। ਸੋ ਇਸ ਤਰ੍ਹਾਂ ਇਹਦਾ ਗ੍ਰਾਫ ਬਣ ਜਾਂਦਾ ਹੈ ਕਿ ਪਹਿਲਾਂ ਸਟੇਬਿਲਿਟੀ ਹੋ ਗਈ ਚੇਅਰ ਦੀ, ਦੈਨ ਸਟੇਬਿਲਿਟੀ ਇਜ਼ ਟਵਿਸਟ ਬੋਟ, ਦੈਨ comes twist boat, then comes boat, then comes half chair, है ना। सो ये ਉਹਦੀ stability ਦਾ order है। So this is all for